तो आज का टॉपिक है बेटा कंडक्टिविटी ऑफ इंट्रिंसिक सेमीकंडक्टर्स। सो कंडक्टिविटी किस तरह हैंडल होएगी सेमीकंडक्टर्स के केस ਵਿੱਚ। सो सेमीकंडक्टर्स ਦੇ केस ਵਿੱਚ ਆਪਣੇ ਕੋਲ ਦੋ ਤਰ੍ਹਾਂ ਦੇ ਚਾਰਜ ਕੈਰੀਅਰਸ ਹੋਣਗੇ। वन विल बी ਇਲੈਕਟ੍ਰੋਨਸ, ਸੈਕੰਡ वन विल बी ਹੋਲਸ। ਸੋ ਹੋਲਸ ਜਿਹੜੇ ਹੈ ਆਪਣੇ ਕੋਰਸਪੋਂਡਿੰਗਲੀ ਉਲਟੀ ਡਾਇਰੈਕਸ਼ਨ 'ਚ ਮੂਵ ਕਰਨਗੇ ਇਲੈਕਟ੍ਰੋਨਸ ਦੇ। ਸਪੋਜ਼ ਕਰੋ ਆਪਣੇ ਕੋਲ ਕੀ ਹੈ ਇੱਕ ਸੈਮੀਕੰਡਕਟਰ ਮਟੀਰੀਅਲ ਦਾ ਇੱਕ ਚੂਜ਼ ਕੀਤਾ ਹੋਇਆ ਆਪਾਂ ਬਾਕਸ। ਉਹਦੇ ਵਿੱਚ ਕੀ ਹੈ ਬੇਟਾ ਆਪਣੇ ਕੋਲ बैटरी कनेक्ट की हुई है, लैब टर्मिनल्स लगाए हुए हैं, पॉजिटिव साइड इस साइड है एंड नेगेटिव साइड ਤੁਹਾਡੀ बैटरी ਦੀ ਇਸ ਸਾਈਡ ਕਨੈਕਟਡ ਕੀਤੀ ਹੋਈ ਹੈ। तो ਸੈਮੀਕੰਡਕਟਰ ਮਟੀਰੀਅਲ ਹੈ ਉਹਦੇ ਵਿੱਚ ਕੀ ਹੋਣਗੇ ਬੇਟਾ ਇਲੈਕਟ੍ਰੋਨਸ ਵਨ ਸਾਈਡ ਵੱਲ ਮੂਵ ਕਰਨਗੇ, ਹੋਲ ਜਿਹੜੇ ਸੈਕੰਡ ਸਾਈਡ ਵੱਲ ਮੂਵ ਕਰਨਗੇ। ਇਸ ਕਰਕੇ ਆਪਣੇ ਕੋਲ ਇੱਕ ਕੰਡਕਟਿਵਿਟੀ ਹੋਏਗੀ ਦੋਨਾਂ ਕਰਕੇ ਆਏਗੀ। ਸੋ ਕਰੰਟ ਵਿਲ ਬੀ ਅ ਮਿਕਸਚਰ ਆਫ ਇਲੈਕਟ੍ਰੋਨਿਕ ਐਂਡ ਐਸ ਵੈਲ ਐਸ ਹੋਲ ਕਰੰਟ। ਸੋ ਜਿਹੜੇ ਨੈਗੇਟਿਵ ਸਾਈਡ ਹੈ ਉਹ ਕੀ ਅਟਰੈਕਟ ਕਰੇਗੀ ਬੇਟਾ ਹੋਲਸ ਨੂੰ ਅਟਰੈਕਟ ਕਰੇਗੀ ਐਂਡ ਜਿਹੜੇ ਪੋਜ਼ਿਟਿਵ ਸਾਈਡ ਹੈ ਉਹ ਇਲੈਕਟ੍ਰੋਨਸ ਨੂੰ ਅਟਰੈਕਟ ਕਰੇਗੀ। ठीक है जी। तो इलेक्ट्रॉन्स ਤੁਹਾਡੇ ਲੈਫਟ ਹੈਂਡ ਸਾਈਡ ਵੱਲ ਮੂਵ ਕਰਨਗੇ ਐਂਡ ਜਿਹੜੇ ਪੋਜ਼ਿਟਿਵ ਹੋਲਸ ਹੈ ਉਹ ਤੁਹਾਡੇ ਪੋਜ਼ਿਟਿਵ ਸਾਈਡ ਵੱਲ ਮੂਵ ਕਰਨਗੇ। So at room temperature ਕੀ ਹੋਏਗਾ due to thermal agitation and lattice vibration some covalent bonds in the semiconductor are broken and some electrons may become free and let the electric field be applied across the two ends of the semiconductor and a potential difference be applied across its ends. So let I be the current flowing through the semiconductor having number of electrons that is Ne and NH की होगा number of holes, number density of the electrons and holes respectively. So अपने को की देता है बेटा सेमीकंडक्टर मटेरियल ਦਿੱਤਾ ਹੋਇਆ। ਸੈਮੀਕੰਡਕਟਰ F0 ਕੈਲਵਿਨ ਕੀ ਹੈ ਸਾਰੇ ਜਿਹੜੇ ਇਲੈਕਟ੍ਰੋਨਸ ਹੈ ਉਹ ਤੁਹਾਡੇ ਬੈਲੈਂਸ ਬੈਂਡ ਦੇ ਵਿੱਚ ਹੋਣਗੇ ਬਿਲੋ ਦਾ ਫਰਮੀ ਲੈਵਲ ਐਂਡ ਉਸ ਕੇਸ ਵਿੱਚ ਤੁਹਾਡੇ ਕੋਲ ਕੀ ਹੋਏਗਾ ਇਲੈਕਟ੍ਰੋਨਿਕ ਕੰਡਕਸ਼ਨ ਨਹੀਂ ਹੋਏਗੀ, ਕਰੰਟ ਪਾਸ ਕਰਨਾ ਮੁਸ਼ਕਿਲ ਹੋਏਗਾ ਬਿਕਾਜ਼ ਇਲੈਕਟ੍ਰੋਨ ਤਾਂ ਹੀ ਕਰੰਟ ਪਾਸ ਕਰਨਗੇ ਅਗਰ ਇਲੈਕਟ੍ਰੋਨ ਜਿਹੜੇ ਜੰਪ ਕਰਕੇ ਆਪਣੇ ਕੋਲ ਕੰਡਕਸ਼ਨ ਬੈਂਡ ਦੇ ਵਿੱਚ ਪਹੁੰਚਣਗੇ। ਸੋ ਜਦ ਤੱਕ ਇਲੈਕਟ੍ਰੋਨ ਕੰਡਕਸ਼ਨ ਬੈਂਡ 'ਚ ਅਵੇਲੇਬਲ ਨਹੀਂ ਹੋਏਗਾ ਫ੍ਰੀ ਸਟੇਟ ਦੇ ਵਿੱਚ ਅਵੇਲੇਬਲ ਨਹੀਂ ਹੋਏਗਾ ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਕੰਡਕਸ਼ਨ ਨਹੀਂ ਆਏਗੀ। ਸੋ ਅਲਟੀਮੇਟਲੀ ਕੀ ਹੈ ਰੂਮ ਟੈਂਪਰੇਚਰ ਦੇ ਉੱਪਰ ਥਰਮਲ એનર્ਜੀ ਦੇ ਕਰਕੇ ਡਿਊ ਟੂ ਥਰਮਲ એનર્ਜੀ ਆਪਣੇ ਕੋਲ ਜਿਹੜੇ ਇਲੈਕਟ੍ਰੋਨਸ ਹੈ ਉਹ ਆਪਣੇ ਕੋਲ ਕੋਵਲੈਂਟ ਬੌਂਡ ਦੇ ਵਿੱਚੋਂ ਬਾਹਰ ਆ ਜਾਂਦੇ ਹੈ ਐਂਡ ਅਲਟੀਮੇਟਲੀ ਕੰਡਕਸ਼ਨ ਬੈਂਡ ਦਾ ਪਾਰਟ ਬਣ ਜਾਂਦੇ ਹੈ ਸੋ ਦੈਟ ਦੇ ਕੈਨ ਕੰਡਕਟ ਸਮ ਇਲੈਕਟ੍ਰਿਸਿਟੀ। ਸੋ ਆਪਣੇ ਕੋਲ ਕੀ ਹੈ ਕੰਡਕਟਰ ਜਿਹੜਾ ਕਰੰਟ ਹੈ ਕਰੰਟ ਵਿਲ ਬੀ ਡਿਊ ਟੂ ਇਲੈਕਟ੍ਰੋਨਸ ਐਸ ਵੈਲ ਐਸ ਹੋਲ। ਹੁਣ ਜਿੱਥੋਂ ਇਲੈਕਟ੍ਰੋਨ ਨਿਕਲ ਕੇ ਆਇਆ ਬੇਟਾ ਕੰਡਕਸ਼ਨ ਬੈਂਡ ਵਿੱਚ ਮੂਵ ਕੀਤਾ ਤਾਂ ਕੰਡਕਸ਼ਨ ਬੈਂਡ ਦੇ ਵਿੱਚ ਆਟੋਮੈਟਿਕਲੀ ਇੱਕ ਇਲੈਕਟ੍ਰੋਨ ਬਣ ਜਾਏਗਾ ਐਂਡ ਹੋਲ ਜਿਹੜਾ ਹੈ ਉਹ ਤੁਹਾਡੇ ਕ੍ਰੀਏਟ ਹੋ ਜਾਏਗਾ ਇਨਸਾਈਡ ਦੀ ਵੈਲੈਂਸ ਬੈਂਡ। ਇਸ ਕਰਕੇ ਆਪਣੇ ਕੋਲ ਜਿਹੜਾ ਹੋਲਸ ਹੈ ਹੋਲਸ ਦੀ ਮੂਵਮੈਂਟ ਆਪੋਜ਼ਿਟ ਹੋਏਗੀ ਇਲੈਕਟ੍ਰੋਨਸ ਦੇ ਐਂਡ ਹੋਲਸ ਵਿਲ ਬੀ ਕੰਸਟੀਟਿਊਟਿੰਗ ਅ ਕਰੰਟ। ਸੋ ਇਲੈਕਟ੍ਰੋਨਿਕ ਕਰੰਟ NEA/V ਦੇ ਬਰਾਬਰ ਹੁੰਦਾ ਹੈ ਬੇਟਾ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ। ਇਲੈਕਟ੍ਰੋਨਿਕ ਕਰੰਟ ਦੇ ਜਿਹੜਾ ਇਲੈਕਟ੍ਰੋਨਿਕ ਕਰੰਟ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ इलेक्ट्रॉनिक चार्ज इनटू एरिया मल्टीप्लाइड बाय दी वेलोसिटी ड्रिफ्ट वेलोसिटी ਦੇ ਬਰਾਬਰ ਹੋਏਗਾ। ਜੀ ਪਲੱਸ 2 ਦਾ ਕਨਸੈਪਟ ਹੈ ਬੇਟਾ NEA/V ਤੇ ਪਲੱਸ 2 ਦੇ ਵਿੱਚ ਦਿੱਤਾ ਹੋਇਆ ਤੁਸੀਂ ਆਰਟੀਕਲ ਵਗੈਰਾ ਪੜ੍ਹੇ ਹੋਏ ਆ। ਹੋਲ ਦੇ ਕੋਰਸਪੋਂਡਿੰਗ ਹੋਲ ਦੀ ਡੈਂਸਿਟੀ ਆ ਜਾਏਗੀ ਉਸ ਦੇ ਕੋਰਸਪੋਂਡਿੰਗ ਡ੍ਰਿਫਟ वेलोसिटी ਡਿਊ ਟੂ ਹੋਲਸ ਆ ਜਾਏਗਾ। ਸੋ ਜਿਹੜਾ ਇਲੈਕਟ੍ਰੋਨਿਕ ਕਰੰਟ ਹੈ ਇਟ ਇਜ਼ ਅ ਮਿਕਸਚਰ ਐਂਡ ਇਹਦੇ ਵਿੱਚ ਕੀ ਹੈ ਏਰੀਆ ਕਾਮਨ ਹੋ ਜਾਏਗਾ ਇਲੈਕਟ੍ਰੋਨਿਕ ਚਾਰਜ ਕਾਮਨ ਹੋ ਜਾਏਗਾ ਤੁਹਾਡੇ ਕੋਲ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ ਸੈਪਰੇਟ ਹੈ तो ਸਾਰੇ ਫੈਕਟਰ ਆਪਣੇ ਕੋਲ ਇਸ ਫਾਰਮ ਦੇ ਵਿੱਚ ਆ ਜਾਣਗੇ। ठीक है बेटा। सो उस तो बाद अपने को ये चीजें लिखी हुई है एरिया ऑफ क्रॉस सेक्शन ऑफ द सेमीकंडक्टर सारे फैक्टर लिखे हुए हैं बेटा। ਹੁਣ ਆਪਣੇ ਕੋਲ ਕੀ ਹੈ ਬੇਟਾ ਆਪਣੇ ਕੋਲ ਪਤਾ ਹੈ ਕਿ ਇਹਦੀ ਕ੍ਰਾਸ ਆਪਣੇ ਕੋਲ ਟੂ ਐਂਡਸ ਲੱਗੇ ਹੋਏ ਆ ਇਹਦੀ ਕ੍ਰਾਸ ਕੀ ਹੋਏਗਾ ਪੋਟੈਂਸ਼ੀਅਲ ਡਿਫਰੈਂਸ ਐਗਜ਼ਿਸਟ ਕਰੇਗਾ। ਪੋਟੈਂਸ਼ੀਅਲ ਡਿਫਰੈਂਸ ਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਆ ਜਾਏਗਾ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਆਪਣੇ ਕੋਲ V/R ਇਜ਼ ਇਕੁਅਲ ਟੂ ਦਿਸ ਥਿੰਗ। ਹੁਣ ਕਰੰਟ ਆਪਣੇ ਕੋਲ ਕੀ ਹੈ ਬੇਟਾ V ਇਜ਼ ਇਕੁਅਲ ਟੂ IR ਦਾ ਕਨਸੈਪਟ ਲੱਗੇਗਾ जिस तरह ohms law ਹੁੰਦਾ ਹੈ। ਸੋ ohms ਦੇ law ਦੇ ਅਕੋਰਡਿੰਗ V is equal to IR ਹੈ ਸੋ I can be represented by V/R so that ਆਪਣੇ ਕੋਲ ਅਲਟੀਮੇਟਲੀ AENV plus NH into VH ਦੇ ਬਰਾਬਰ ਆ ਜਾਏਗਾ ਰਿਜ਼ਲਟ। ਪੋਟੈਂਸ਼ੀਅਲ ਆਪਣੇ ਕੋਲ ਪਤਾ ਹੈ ਬੇਟਾ ਪੋਟੈਂਸ਼ੀਅਲ ਕੋ ਕਿਤੇ ਆਪਣੇ ਕੋਲ ਆਏਗਾ ਇਹ ਪੋਟੈਂਸ਼ੀਅਲ ਆਪਾਂ ਨੂੰ ਪਤਾ ਹੁੰਦਾ ਹੈ ਇਲੈਕਟ੍ਰਿਕ ਫੀਲਡ ਦਾ ਗ੍ਰੇਡੀਅੰਟ ਦੇ ਬਰਾਬਰ ਹੋ ਜਾਂਦਾ ਹੈ। ਸੋ ਇਲੈਕਟ੍ਰਿਕ ਫੀਲਡ ਇਜ਼ ਇਕੁਅਲ ਟੂ dV/dR ਦੇ ਬਰਾਬਰ ਹੁੰਦਾ ਹੈ। ਇਸ ਕਰਕੇ ਆਪਾਂ ਇਹਨੂੰ ਵੀ ਇੰਪਲੀਮੈਂਟ ਕਰ ਸਕਦੇ ਹਾਂ। ਤਾਂ ਪੋਟੈਂਸ਼ੀਅਲ ਆਪਣਾ ਇਲੈਕਟ੍ਰਿਕ ਫੀਲਡ ਮਲਟੀਪਲਾਈਡ ਬਾਈ ਦੀ ਲੈਂਥ ਦੇ ਬਰਾਬਰ ਹੋ ਜਾਂਦਾ ਹੈ। ਲੈਂਥ ਆਪਣੀ ਕੋਲ ਸੈਮੀਕੰਡਕਟਰ ਦੀ ਕਿੰਨੀ ਦਿੱਤੀ ਹੋਈ ਹੈ ਬੇਟਾ L ਦਿੱਤੀ ਹੋਈ ਹੈ। ਇਲੈਕਟ੍ਰਿਕ ਫੀਲਡ ਅਗਰ ਆਪਾਂ ਜਿਹੜੀ ਅਪਲਾਈ ਕੀਤੀ ਹੈ ਦੈਟ ਇਜ਼ E ਉਹਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆ ਜਾਏਗਾ। ਸੋ ਇਸ ਦੇ ਵਿੱਚ ਆਪਣੇ ਕੋਲ ਰਿਜ਼ਲਟ ਨਿਕਲ ਕੇ ਆਇਆ ਬੇਟਾ L/R ਆਪਣੇ ਕੋਲ ਕੀ ਆ ਗਿਆ ਡਿਵਾਈਡਡ ਬਾਈ A E ਆਪਾਂ ਉਸ ਸਾਈਡ ਵੇਲੇ ਦੂਸਰੀ ਸਾਈਡ ਵਿੱਚ ਲੈ ਗਏ ਤੁਹਾਡੇ ਕੋਲ ਡ੍ਰਿਫਟ ਵੈਲੋਸਿਟੀ ਪਰ ਯੂਨਿਟ ਇਲੈਕਟ੍ਰਿਕ ਫੀਲਡ ਹੋ ਗਿਆ ਬੇਟਾ। ਸੋ ਇਸ ਕੇਸ ਵਿੱਚ ਆਪਾਂ ਇਹਨੂੰ ਇੰਪਲੀਮੈਂਟ ਕਰਾਂਗੇ ਅਲਟੀਮੇਟਲੀ ਆਪਣੇ ਕੋਲ ਕੀ ਆਏਗਾ ਏਰੀਆ ਦੇ ਕੋਰਸਪੋਂਡਿੰਗ
अपने को की आ जाएगा बेटा, अपने को ए की दिता होंगे रजिस्टिविटी दी होंगी है, रजिस्टिविटी इज इक्वल टू आर एरिया डिवाइडेड बाय एल और समथिंग लाइक दैट। ਤੁਹਾਡੇ ਕੋਲ ਜਿਹੜੀ ਰੈਜ਼ਿਸਟੈਂਸ ਹੈ, ਰੈਜ਼ਿਸਟੈਂਸ ਆਪਾਂ ਨੂੰ ਪਤਾ ਹੁੰਦਾ ਹੈ ਬੇਟਾ, ਰੈਜ਼ਿਸਟੈਂਸ ਇਕੁਅਲ ਟੂ ਰੋ ਇਨਟੂ ਐਲ ਡਿਵਾਈਡਡ ਬਾਈ ਏ ਦੇ ਬਰਾਬਰ ਹੁੰਦਾ ਹੈ। ਉਹ ਤਾਂ ਆਪਾਂ ਰੈਜ਼ਿਸਟਿਵਿਟੀ ਦੀ ਵੈਲਿਊ ਕੱਢ ਸਕਦੇ ਹਾਂ। ਐਂਡ ਐਨ ਆਫ ਈ ਤੁਹਾਡੇ ਕੋਲ ਇੱਕ ਚੀਜ਼ ਹੋਰ ਦਿੱਤੀ ਹੁੰਦੀ ਹੈ ਬੇਟਾ, ਤੁਹਾਡੇ ਕੋਲ ਮੋਬਿਲਿਟੀ ਆਫ ਇਲੈਕਟ੍ਰॉन्स ਕੀ ਹੋਏਗਾ, ਬੀ ਡਿਵਾਈਡਡ ਬਾਈ ਈ ਦੇ ਬਰਾਬਰ ਆ ਜਾਏਗਾ। ਐਂਡ ਮੋਬਿਲਿਟੀ ਆਫ ਹੋਲਸ ਕੀ ਹੋ ਜਾਏਗਾ, ਤੁਹਾਡੇ ਕੋਲ ਬੀ ਡਿਵਾਈਡਡ ਬਾਈ ਈ ਦੇ ਬਰਾਬਰ, ਮਿਊ ਡਿਵਾਈਡਡ ਬਾਈ ਵੀ ਆਫ ਐਚ ਡਿਵਾਈਡਡ ਬਾਈ ਈ ਦੇ ਬਰਾਬਰ ਹੋ ਜਾਏਗਾ। ਸੋ ਇਹ ਸਿਮਿਲਰ ਜੇ ਕਨਸੈਪਟ ਹੈ ਤੁਸੀਂ ਪਲੱਸ 2 ਦੇ ਵਿੱਚ ਪੜ੍ਹੇ ਹੋਏ ਆ, ਉਹਨਾਂ ਨੂੰ ਹੀ ਆਪਾਂ ਇੰਪਲੀਮੈਂਟ ਕਰਕੇ ਆਪਾਂ ਇਹਦੇ ਵੀ ਗੱਲ ਵੈਲਿਊਜ਼ ਵਗੈਰਾ ਲਿਖੀਆਂ ਹੋਈਆਂ। तो अल्टीमेटली ਤੁਹਾਡੇ ਕੋਲ ਕੀ ਆ ਜਾਏਗਾ ਬੇਟਾ, ਇੱਥੇ ਲਿਖਿਆ ਹੋਏਗਾ ਔਨ ਦੀ ਸਕਰੀਨ, ਤੁਹਾਡੇ ਕੋਲ 1 ਬਾਈ ਰੈਜ਼ਿਸਟਿਵਿਟੀ 1 ਡਿਵਾਈਡਡ ਬਾਈ ਰੈਜ਼ਿਸਟਿਵਿਟੀ ਕੀ ਹੋ ਜਾਏਗਾ, ਕੰਡਕਟਿਵਿਟੀ ਦਾ ਐਕਸਪ੍ਰੈਸ਼ਨ ਆ ਜਾਏਗਾ। क्लियर। सो कंडक्टिविटी की हो जाएगी बेटा, कंडक्टिविटी एप्सिलॉन इलेक्ट्रॉनिक चार्ज n into mu प्लस n into h of mu of h, ਤੁਹਾਡੇ ਕੋਲ इलेक्ट्रॉनिक कंडक्टिविटी आएगी as well as होल्स ਦੀ कंडक्टिविटी आएगी। सपोज करो ਤੁਹਾਡੇ ਕੋਲ इंट्रिंसिक कंडक्टर है, इंट्रिंसिक करंट ਸੈਮੀਕੰਡਕਟਰ ਦੇ ਕੇਸ ਵਿੱਚ ਕੀ ਹੋ ਜਾਏਗਾ, ਤੁਹਾਡੇ ਕੋਲ इंट्रिंसिक ਦੇ ਕੇਸ ਵਿੱਚ ਨੰਬਰ ਆਫ ਜਿੰਨੇ ਇਲੈਕਟ੍ਰॉन्स ਕ੍ਰੀਏਟ ਹੋਣਗੇ ਉਨੇ ਹੀ ਹੋਲਸ ਕ੍ਰੀਏਟ ਹੋਣਗੇ। कोई भी एक्स्ट्रा टॉपिक नहीं की हुई, कोई एक्स्ट्रा मटीरियल नहीं पाया हुआ तुसी, इस करके ਤੁਹਾਡੇ ਕੋਲ इलेक्ट्रॉन की कंसंट्रेशन होल्स की कंसंट्रेशन के बराबर होएगी। ठीक है, तो इस करके ਤੁਹਾਡੇ ਕੋਲ n of E should be equal to n of H, इस करके n भी ऑटोमेटिकली बाहर आ जाएगा एंड ਤੁਹਾਡੇ ਕੋਲ सिग्मा ਦਾ एक्सप्रेशन इस फॉर्म ਦੇ ਵਿੱਚ एग्जिस्ट करेगा, दैट इज इक्वेशन नंबर 2.4। so conductivity will depend on कंसंट्रेशन और नंबर डेंसिटी, उस तो बाद मोबिलिटी के ऊपर डिपेंड करेगी। जितनी ज्यादा मोबिलिटी होएगी उतनी ज्यादा कंडक्टिविटी होएगी, जितनी ज्यादा इलेक्ट्रॉन डेंसिटी होएगी या होल डेंसिटी होएगी उतनी ही ज्यादा कंडक्टिविटी होएगी। इस सीधा केस है। उस तो बाद गल आती है बेटा फर्मी कैरियर कंसंट्रेशन, फर्मी लेवल एंड कंडक्टिविटी ऑफ इंट्रिंसिक सेमीकंडक्टर्स। सो सब तो पहली गल कि डेंसिटी ऑफ इलेक्ट्रॉन्स इन कंडक्शन बैंड। सो पहली चीज तो इलेक्ट्रॉन की डेंसिटी कंडक्शन के बैंड ਦੇ ਵਿੱਚ ਕਿੰਨੀ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਗਵਰਨ ਹੋਏਗੀ ਜਾਂ ਉਹਦੇ ਪੈਰਾਮੀਟਰ ਕੀ ਹੋਣਗੇ, ਟੈਂਪਰੇਚਰ ਵਧਣ ਦੇ ਨਾਲ ਉੱਤੇ ਕੀ ਇਫੈਕਟ ਹੋਏਗਾ, ਉਹ ਸਾਰੀ ਸਟੱਡੀ ਆਪਾਂ ਇੱਥੇ ਕਰਦੇ ਹਾਂ। So to calculate the density of electrons in the conduction band, let us consider the width of the allowed energy band in let us consider that width of the allowed energy band is comparable with the width of the forbidden gap, and the electrons in the conduction band have energy lying between E of C to infinity। तो अपना आपको ये चीज पता है बेटा कि कंडक्शन बैंड जेड़ा है वो हमेशा बैलेंस बैंड तो हायर स्टेट ਦੇ ਵਿੱਚ लाई करता है। तो ਆਪਾਂ ਕੀ ਕਰਾਂਗੇ, 0 ਤੋਂ ਲੈ ਕੇ ਜਿਹੜੀ ਜਿਹੜਾ E of B ਜਿਹੜਾ ਹੈ ਉਹਨੂੰ ਆਪਾਂ बैलेंस बैंड ਮੰਨ ਕੇ ਚੱਲਦੇ ਆਂ। ਉਸ ਤੋਂ ਬਾਅਦ ਆਪਣੇ ਕੋਲ ਫਰਮੀ ਲੈਵਲ ਆਉਂਦਾ that is E of F, ਉਸ ਤੋਂ ਉੱਪਰ ਆਪਣੇ ਕੋਲ ਆਏਗਾ ਕੰਡਕਸ਼ਨ ਬੈਂਡ that is E of C, ਉਸ ਤੋਂ ਉੱਪਰ ਆਪਣੇ ਕੋਲ ਆਏਗਾ ਇਨਫਿਨਿਟੀ ਲੈਵਲ ਜਿੱਥੇ ਤੱਕ ਆਪਣੇ ਕੋਲ એનર્ਜੀ ਲੈਵਲ ਫਿਲ ਹੋ ਸਕਦੇ। ਇਟ ਮੇ ਬੀ ਇਨਫਾਈਨਾਈਟ, ਇਟ ਮੇ ਬੀ ਸਮ ਫਾਈਨਾਈਟ ਲੈਵਲ। ਸੋ ਆਪਣੇ ਕੋਲ ਕੰਡਕਸ਼ਨ ਬੈਂਡ ਕੀ ਹੋਏਗਾ, ਇਟ ਵਿਲ ਬੀ ਹੈਵਿੰਗ ਸਮ ਮਿਨੀਮਮ ਵੈਲਿਊ ਜਸਟ ਲਾਈਕ ਅ ਬਾਕਸ ਦਾ ਇੱਕ ਬਾਟਮ ਹੋਏਗਾ, ਬਾਟਮ ਨੂੰ ਆਪਾਂ E of C ਕਹਿ ਕੇ ਚੱਲਦੇ ਆ ਐਂਡ ਅਪਰ ਐਂਡ ਜਿਹੜਾ ਓਪਨ ਐਂਡ ਹੈ ਉਹਨੂੰ ਆਪਾਂ ਇਨਫਿਨਿਟੀ ਮੰਨਿਆ ਹੋਇਆ ਹੈ। So number density of electrons in the conduction band is given by, so it will be number of electrons ਕੀ ਹੋ ਜਾਣਗੇ ਬੇਟਾ, number of electrons ਜਿਹੜੇ ਹੈ ਕਿਸ ਤਰ੍ਹਾਂ ਫਿਲ ਹੋਣਗੇ ਉਹਨੂੰ ਕਿਤੇ ਕੌਣ ਗਵਰਨ ਕਰੇਗਾ, ਤੁਹਾਡਾ ਫਿਲਿੰਗ ਫੈਕਟਰ ਗਵਰਨ ਕਰੇਗਾ ਵੀ ਫਰਮੀ ਲੈਵਲ ਦੀ ਕੋਰਸਪੋਂਡਿੰਗ ਤੁਹਾਡਾ ਫਿਲ ਫੈਕਟਰ ਕਿੰਨਾ ਹੈ, ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਟੈਂਪਰੇਚਰ ਕਿੰਨਾ ਹੈ, ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਇੱਕ ਫੈਕਟਰ ਆਏਗਾ ਕਿ ਪ੍ਰੋਬੇਬਿਲਿਟੀ ਕਿੰਨੀ ਹੈ। ठीक है जी। सो प्रोबेबिलिटी का फैक्टर इथे लगेगा, सो इट विल बी z of E multiplied by f of E into de। लिमिट्स की होंगी बेटा लोअर एंड एंड अपर एंड ऑफ द कंडक्शन बैंड। लोअर एंड की है E of C and upper end is infinity। So electrons in the conduction band are assumed to behave as if they are free with an effective mass m E star ਦੇ ਬਰਾਬਰ ਹੋ ਜਾਏਗਾ। ਸੋ ਇਲੈਕਟ੍ਰੋਨ ਜਿਹੜੇ ਇਲੈਕਟ੍ਰੋਨ ਬਿਕੋਜ਼ ਇਲੈਕਟ੍ਰਿਸ ਦੇ ਵਿੱਚ ਮੂਵ ਕਰਦੇ ਪਏ, ਇਸ ਕਰਕੇ ਉਹਨਾਂ ਦਾ ਜਿਹੜਾ ਇਲੈਕਟ੍ਰੋਨਿਕ ਮਾਸ ਹੈ ਉਹਦੇ ਉੱਪਰ ਸਟਾਰ ਪਾਇਆ ਹੋਇਆ ਬਿਕੋਜ਼ ਇਹਨਾਂ ਦਾ ਇਫੈਕਟਿਵ ਮਾਸ ਐਗਜ਼ਿਸਟ ਕਰੇਗਾ ਬਿਕੋਜ਼ ਆਫ ਦੀ ਅਟਰੈਕਸ਼ਨ ਬਾਈ ਦੀ ਲੈਟਿਸ ਸਾਈਡਸ ਜਿਹੜੇ ਕਿ ਪੋਜ਼ਿਟਿਵ ਨਿਊਕਲੀਅਸ ਦੇ ਵਿੱਚ ਐਗਜ਼ਿਸਟ ਕਰਨਗੇ। तो ਤੁਹਾਡੇ ਕੋਲ ਜਿਹੜਾ ਇਲੈਕਟ੍ਰੋਨ ਹੈ ਉਹ ਐਜ਼ ਸੱਚ ਫ੍ਰੀਲੀ ਅਵੇਲੇਬਲ ਨਹੀਂ ਹੋਏਗਾ, ਇਲੈਕਟ੍ਰੋਨਿਕ ਮਾਸ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਉਹਦਾ ਇਫੈਕਟਿਵ ਮਾਸ ਐਗਜ਼ਿਸਟ ਕਰੇਗਾ ਜਿਹੜਾ ਕਿ ਲੈਟਿਸ ਦੀ ਅਟਰੈਕਸ਼ਨ ਐਂਡ ਰਿਪਲਸ਼ਨ ਦੇ ਕਰਕੇ ਐਗਜ਼ਿਸਟ ਕਰੇਗਾ। So we can take the density of the states of the in the conduction band as equal to that for the free electrons and ਉਹਦੇ ਉੱਪਰ ਕੀ ਪਾ ਸਕਦੇ ਬੇਟਾ ਆਪਾਂ ਸਟਾਰ ਪਾ ਸਕਦੇ ਹਾਂ। So z of ਕੀ ਹੈ, ਇਹ ਆਪਣੇ ਕੋਲ density of states in the conduction band ਨੂੰ ਆਪਾਂ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ ਐਂਡ ਉਹਦੇ ਵਿੱਚ ਆਪਣੇ ਕੋਲ ਸਟਾਰ ਪਾ ਸਕਦੇ ਹਾਂ।
ठीक है जी। सो अपने को एक होर चीज दी हुई है बेटा, फर्मी फंक्शन अपने को ऑलरेडी दिता हुआ है कि ਤੁਹਾਡੇ ਕੋਲ ਕਿਹੜੇ ਫਰਮੀ ਲੈਵਲ ਤੱਕ ਕਿੰਨੀ ਪ੍ਰੋਬੇਬਿਲਿਟੀ ਹੈ ਕਿ ਇਲੈਕਟ੍ਰੋਨ ਜਿਹੜੇ ਫਰਮੀ ਲੈਵਲ ਤੱਕ ਫਿਲ ਹੋਣਗੇ ਜਾਂ ਉਸ ਤੋਂ ਉੱਪਰ ਜਾਣਗੇ, ਉਹ ਸਾਰਾ ਫੈਕਟਰ ਕੌਣ ਗਵਰਨ ਕਰਦਾ ਹੈ, ਇਹ ਵਾਲਾ ਗਵਰਨ ਕਰਦਾ ਹੈ। ਸੋ ਡਿਸਕਾਰਡ ਡਿਸਟ੍ਰੀਬਿਊਸ਼ਨ ਫੰਕਸ਼ਨ ਵੀ ਫਰਮੀ ਲੈਵਲ ਦੇ ਵਿੱਚ ਜਿਹੜੇ ਪਾਰਟੀਕਲ ਕਿਸ ਤਰ੍ਹਾਂ ਡਿਸਟ੍ਰੀਬਿਊਟ ਹੋਣਗੇ। ਸੋ ਇਹਨਾਂ ਦੋਨਾਂ ਨੂੰ ਅਗਰ ਆਪਾਂ ਫਿਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਲਟੀਮੇਟਲੀ ਆਪਣੇ ਕੋਲ ਇਸ ਤਰ੍ਹਾਂ ਦਾ ਕੁਝ ਐਕਸਪ੍ਰੈਸ਼ਨ ਆਏਗਾ ਬੇਟਾ। ਸੋ ਅਲਟੀਮੇਟਲੀ ਆਪਣੇ ਕੋਲ ਕੀ ਆ ਜਾਏਗਾ, ਉਸ ਤੋਂ ਬਾਅਦ ਆਪਾਂ ਲਿਮਿਟਸ ਵਗੈਰਾ ਪੁੱਟ ਕਰਨ ਦੀ ਗੱਲ ਕਰਾਂਗੇ। Since the Fermi-Dirac distribution law is rapidly varying with the variation of E minus EC, तो अगर आप जिस तरह ਜਿਹੜਾ Fermi-Dirac distribution है वो कितना के एनर्जी डिफरेंस है फ्रॉम दी कंडक्शन बैंड वो काफी वेरी करेगा बिकॉज नियर दी कंडक्शन बैंड काफी सारे इलेक्ट्रॉन्स हो सकते हैं, जिन्ना आप कंडक्शन बैंड ਦੇ ਐਜ ਤੋਂ ਆਪਾਂ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਕੇਸ ਵਿੱਚ ਹੋ ਸਕਦਾ ਇਲੈਕਟ੍ਰੋਨ ਵਧਣ ਜਾਂ ਘਟਣ। So it is evident that most of the electrons in the conduction band will lie in a narrow region at the bottom of the conduction band। तो ਤੁਹਾਨੂੰ already ਦੱਸ ਚੁੱਕਿਆ ਹੈ ਕਿ ਕੰਡਕਸ਼ਨ ਬੈਂਡ ਜਿਹੜਾ ਹੋਏਗਾ ਇੱਕ ਬਾਕਸ ਦੀ ਤਰ੍ਹਾਂ ਹੋਏਗਾ ਜਿਹਦਾ ਇੱਕ ਜਿਸਾ ਟੱਬ ਹੁੰਦਾ ਹੈ, ਟੱਬ ਦੇ ਨੀਅਰ ਐਂਡ ਤੁਹਾਡੇ ਕੋਲ ਜ਼ਿਆਦਾ ਪਾਣੀ ਹੋਏਗਾ ਤੇ ਨੀਅਰ ਐਂਡ ਦੇ ਜ਼ਿਆਦਾ ਇਲੈਕਟ੍ਰੋਨਸ ਹੋਣਗੇ ਐਂਡ ਉੱਪਰ ਵਾਲੇ ਪਾਰਟ ਦੇ ਵਿੱਚ ਘੱਟ ਇਲੈਕਟ੍ਰੋਨਸ ਐਗਜ਼ਿਸਟ ਕਰਨਗੇ। ਸੋ ਫॉर એનર્ਜੀ ਫਾਰ ਗ੍ਰੇਟਰ ਦੈਨ অর ਇਕੁਅਲ ਟੂ EC ਤੁਹਾਡੇ ਕੋਲ ਕੀ ਹੋ ਜਾਏਗਾ E minus E of F it will be far greater than KT ਦੇ ਬਰਾਬਰ ਹੋ ਜਾਏਗਾ। तो उस केस ਦੇ ਵਿੱਚ 1 in the denominator can be neglected, so we can simply rewrite this factor। तो ਆਪਣੇ ਕੋਲ ਜਿਹੜੀ એનર્ਜੀ ਹੈ ਪਾਰਟੀਕਲਸ ਦੀ ਕੰਡਕਸ਼ਨ ਬੈਂਡ ਦੇ ਕੇਸ ਵਿੱਚ ਬਿਕॉज ਫਰਮੀ ਲੈਵਲ ਆਪਣਾ ਕਿੱਥੇ ਲਾਈ ਕਰੇਗਾ, ਇਟ ਵਿਲ ਬੀ in between the valence band and conduction band। so ਇਹ ਕਰਕੇ ਇਸ ਕਰਕੇ ਕੀ ਹੋਏਗਾ, ਇਹ ਵਾਲਾ ਫੈਕਟਰ ਪੋਜ਼ਿਟਿਵ ਹੋ ਜਾਏਗਾ and it will be a large factor ਜਿਹਦੇ ਕਰਕੇ ਇਹ will be greater than or equal to KT ਦੇ ਬਰਾਬਰ ਹੋ ਜਾਏਗਾ। ਅਲਟੀਮੇਟਲੀ ਆਪਾਂ 1 ਇੱਥੇ ਨਿਗਲੈਕਟ ਕੀਤਾ ਹੈ। तो उस तो बाद बेटा ਆਪਾਂ ਕੀ ਕਰਾਂਗੇ, ਅਲਟੀਮੇਟਲੀ ਆਪਣੇ ਕੋਲ ਜਿਹੜਾ ਰਿਜ਼ਲਟ ਹੈ ਉਹ ਬਿਲਡਅਪ ਹੋਣੇ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ ਐਕਸਪੋਨੈਂਸ਼ੀਅਲ ਫੈਕਟਰ ਹੈ ਇਹਨੂੰ ਉੱਪਰ ਲੈ ਕੇ ਗਿਆ ਤਾਂ ਮਾਈਨਸ ਸਾਈਨ ਆ ਜਾਏਗਾ। ਅਲਟੀਮੇਟਲੀ ਉਹਦੇ ਵਿੱਚ ਕੀ ਹੈ, ਕੁਝ ਨਾ ਕੁਝ ਫੈਕਟਰਸ ਆਪਣੇ ਕੋਲ ਰਾਈਜ਼ ਹੋਣੇ ਸ਼ੁਰੂ ਹੋ ਜਾਣਗੇ। ਇਹਦੇ ਵਿੱਚ ਕੀ ਵਰਤਾ ਪੈਦਾ, EF ਆਪਣੇ ਕੋਲ ਦਿੱਤਾ ਹੋਇਆ ਸੀ, ਇਹਦੇ ਵਿੱਚੋਂ EC ਸਬਟ੍ਰੈਕਟ ਕਰ ਦਿਓ ਐਂਡ EC ਇਹਦੇ ਵਿੱਚ ਐਡ ਕਰ ਦਿਓ। अल्टीमेटली EF minus EC divided by KT, ये वाला फैक्टर की हो जाएगा फिक्स हो जाएगा बेटा, इट इज ए कांस्टेंट फैक्टर एंड अल्टीमेटली अपने को सिर्फ यही फैक्टर बचेगा जेड़ा कि वेरिएबल होएगा। ਉਹਦੇ ਵਿੱਚ ਕੀ ਕਰ ਸਕਦੇ, ਇਸ ਤੋਂ ਬਾਅਦ ਆਪਾਂ E minus EC divided by KT ਦੀ ਵੈਲਿਊ ਤੋਂ ਆਪਾਂ ਐਕਸਪੋਰਟ ਕਰ ਦਿੰਦੇ ਹਾਂ। ਅਲਟੀਮੇਟਲੀ ਆਪਣੇ ਕੋਲ DE is equal to KT multiplied by DX E minus EC raised to power 1/2 ਇਹਨੂੰ ਆਪਾਂ ਸੋਲਵ ਆਊਟ ਕਰ ਸਕਦੇ ਬੇਟਾ। ਇਹਦੀ ਵੈਲਿਊਜ਼ ਵਗੈਰਾ ਫਿਲ ਆਊਟ ਕਰਕੇ ਤੁਸੀਂ ਦੇਖ ਸਕਦੇ ਹੋ, ਸਿੰਪਲ ਇੰਟੀਗ੍ਰੇਸ਼ਨ ਹੈ। ਇਹਦੀਆਂ ਵੈਲਿਊਜ਼ ਫਿਲ ਆਊਟ ਕਰਕੇ ਆਪਾਂ ਦੇਖ ਸਕਦੇ ਹਾਂ। ਬਾਅਦ ਮੈਂ ਤੁਹਾਨੂੰ ਦੱਸਿਆ ਸੀ ਇਹ ਵਾਲਾ ਫੈਕਟਰ ਜਿਹੜਾ ਨੰਬਰ ਹੈ ਇਸ ਕਰਕੇ ਇਹ ਬਾਹਰ ਆ ਜਾਏਗਾ ਬਿਕਾਜ਼ ਫਰਮੀ ਲੈਵਲ ਵੀ ਫਿਕਸ ਹੈ, ਕੰਡਕਸ਼ਨ ਬੈਂਡ ਦਾ ਜਿਹੜਾ ਲੋਅਰ ਐਜ ਹੈ ਉਹ ਵੀ ਫਿਕਸ ਹੈ, ਇਸ ਕਰਕੇ ਇਹ ਸਾਰੇ ਫੈਕਟਰ ਬਾਹਰ ਆ ਜਾਣਗੇ। ਅਲਟੀਮੇਟਲੀ ਜਿਹੜਾ ਇੰਟੈਗਰਲ ਹੈ ਇੰਟੈਗਰਲ ਦੀ ਵੈਲਿਊ ਤੁਸੀਂ √π/2 ਫਿਕਸ ਕਰਕੇ ਉਹਦੇ ਵਿੱਚ ਬੈਕਪੁੱਟ ਕਰਕੇ ਅਲਟੀਮੇਟਲੀ ਤੁਹਾਡੇ ਕੋਲ ਕੰਡਕਸ਼ਨ ਬੈਂਡ ਨੰਬਰ ਡੈਂਸਿਟੀ ਇਨ ਦੀ ਕੰਡਕਸ਼ਨ ਬੈਂਡ it will be given by 2 into 2 pi m e star KT divided by h square multiplied by exponential EF divided minus EC divided by KT ਹੋ ਜਾਏਗਾ। तो सिमिलर ਜਿਹਾ ਫੰਡਾ ਹੋਏਗਾ ਬੇਟਾ ਆਪਣੇ ਕੋਲ ਡੈਂਸਿਟੀ ਆਫ ਹੋਲਸ ਇਨ ਦੀ ਵੈਲੈਂਸ ਬੈਂਡ ਦੇ ਕੇਸ ਵਿੱਚ। तो ਡੈਂਸਿਟੀ ਕੀ ਹੋ ਜਾਏਗੀ ਬੇਟਾ, ਜਿੱਥੇ ਆਪਣੇ ਕੋਲ ਇਲੈਕਟ੍ਰੋਨ ਨਹੀਂ ਹੈ ਉੱਥੇ ਆਪਾਂ ਕੀ ਲਿਖਾਂਗੇ ਬੇਟਾ, ਆਪਣੇ ਕੋਲ ਹੋਲ ਅਵੇਲੇਬਲ ਹੋਏਗਾ। ਸੋ ਇਸ ਕਰਕੇ ਆਪਾਂ ਡਿਸਟ੍ਰੀਬਿਊਸ਼ਨ ਫੰਕਸ਼ਨ ਕੀ ਲਿਖਾਵਾਂਗੇ 1 minus f of E ਦੇ ਕੋਰਸਪੋਂਡਿੰਗ। ਬਾਕੀ ਸਾਰਾ ਪਾਰਟ ਸੇਮ, ਲੇਕਿਨ ਇਸ ਕੇਸ ਦੇ ਵਿੱਚ ਆਪਣੇ ਕੋਲ ਕੀ ਆਏਗਾ, ਲਿਮਿਟਸ ਆਣਗੀਆਂ ਲੋਅਰ ਐਜ ਕੀ ਹੋ ਜਾਏਗਾ ਬੇਟਾ, ਅਲਟੀਮੇਟਲੀ ਪ੍ਰੋਪਰ ਐਜ ਆਪਣਾ ਕੀ ਆਏਗਾ ਵੈਲੈਂਸ ਬੈਂਡ ਆਏਗਾ ਬਿਕਾਜ਼ ਹੋਲਸ ਕਿੱਥੇ ਕ੍ਰੀਏਟ ਹੋਣਗੇ वैलेंस बैंड ਦੇ ਵਿੱਚ ਹੋਣਗੇ। ਸੋ ਉੱਪਰ ਅੱਜ E of B ਆ ਜਾਏਗਾ ਜਿਹੜਾ ਟਾਪ ਆਫ ਦੀ ਵੈਲੈਂਸ ਬੈਂਡ ਹੋਏਗਾ, ਨੀਚੇ ਵਾਲਾ ਲੈਵਲ ਮਾਈਨਸ ਇਨਫਿਨਿਟੀ ਆ ਜਾਏਗਾ। ਸੋ ਬਾਕੀ ਸਾਰਾ ਪਾਰਟ ਸੇਮ, ਸਿਰਫ ਇਹਦੇ ਵਿੱਚ ਕੀ ਹੋਏਗਾ md ਸਟਾਰ ਦੀ ਜਗ੍ਹਾ mh ਸਟਾਰ ਲਿਖਿਆ ਜਾਏਗਾ। ਇੱਕ ਮਿੰਟ ਬੇਟਾ, ਹਾਂਜੀ। ਸੋ ਅਲਟੀਮੇਟਲੀ 1 minus f of E ਆ ਜਾਏਗਾ। ਬਾਕੀ ਉਹਦੇ ਵਿੱਚ ਜਿਹੜੀ ਵੈਲਿਊਜ਼ ਵਗੈਰਾ ਫੁੱਲ ਕਰਨੀ ਹੈ ਉਸ ਦੇ ਵਿੱਚ ਆਪਣੇ ਸੇਮ ਪ੍ਰੋਸੀਜਰ ਐਗਜ਼ਿਸਟ ਕਰੇਗਾ। ਸੋ ਸਾਰੇ ਫੰਡੇ ਸੇਮ, ਬਾਕੀ ਸਾਰੇ ਦਾ ਪ੍ਰੋਸੀਜਰ ਉਹੀ, ਠੀਕ ਹੈ ਜੀ। ਅਲਟੀਮੇਟਲੀ EB minus E divided by KT ਹੈ, ਉੱਥੇ E minus EC ਆ ਗਿਆ ਸੀਗਾ। ਇਹਦੇ ਕੇਸ ਵਿੱਚ ਆਪਣੇ ਕੋਲ EB ਲੈਵਲ ਜ਼ਿਆਦਾ ਹੋਏਗਾ ਐਂਡ એનર્ਜੀ ਲੈਵਲ ਜਿਹੜਾ ਹੋਏਗਾ ਹੋਲਸ ਦਾ ਉਹ ਨੀਲੀ ਲੋਅਰ ਹੋਏਗਾ ਬਿਕਾਜ਼ એનર્ਜੀ ਲੈਵਲ ਜਿਹੜਾ ਹੈ ਇਹ ਅਪਰ ਐਜ ਇਨਵਰਟਡ ਟੱਬ ਹੈ, ऊपर वाला लेवल EB है, नीचे वाला लेवल E हो जाएगा। तो इस करके ये वाला उल्टा लगेगा। तो अल्टीमेटली ਤੁਹਾਡੇ ਕੋਲ एक्सप्रेशन सिमिलर ਜਿਹੀ ਹੋਏਗਾ, ਕੋਈ ਜ਼ਿਆਦਾ ਫਰਕ ਨਹੀਂ ਪਏਗਾ। तो ऑलमोस्ट सेम एक्सप्रेशन हो जाएगा, सिर्फ ਇੱਥੇ ਵੇਰੀਏਸ਼ਨ ਆਏਗੀ, ਉੱਥੇ E minus EF ਸੀਗਾ, ਇੱਥੇ EB minus EF ਹੈ, ठीक है जी। तो इस तरह का फैक्टर आएगा। बाकी ME ਇੱਥੇ
ਮਾਸ ਆਫ ਹੋਲਸ ਆ ਗਿਆ, ਉੱਥੇ ਤੁਹਾਡੇ ਕੋਲ ਮਾਸ ਆਫ ਇਲੈਕਟ੍ਰੋਨ ਸੀ। ਸੋ ਸਪੋਜ਼ ਕਰੋ ਫਰਮੀ ਲੈਵਲ, ਸੋ ਫਰਮੀ ਲੈਵਲ ਕੀ ਹੈ ਫॉर द इंट्रिंसिक सेमीकंडक्टर, अगर आप मान के चलिए तो अगर अपने को डोपिंग लेवल डोपिंग नहीं की हुई ਡੋਪਿੰਗ ਨਹੀਂ ਕੀਤੀ ਹੋਈ ਤਾਂ ਉਸ ਲੈਵਲ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਆ ਜਾਏਗਾ ਬੇਟਾ, ਅਲਟੀਮੇਟਲੀ ਆਪਣੇ ਕੋਲ ਨੰਬਰ ਡੈਂਸਿਟੀ ਆਫ ਇਲੈਕਟ੍ਰॉन्स ਵਿਲ ਬੀ ਇਕੁਅਲ ਟੂ ਨੰਬਰ ਡੈਂਸਿਟੀ ਆਫ ਹੋਲਸ, ਬਿਕੋਜ਼ ਜਿਹੜਾ ਇਲੈਕਟ੍ਰੋਨ ਬ੍ਰੇਕ ਆਊਟ ਹੋ ਕੇ ਜਾ ਰਿਹਾ ਫਰਮ ਦੀ ਵੈਲੈਂਸ ਬੈਂਡ ਉਹੀ ਕੰਡਕਸ਼ਨ ਬੈਂਡ ਵਿੱਚ ਪਾਰਟਿਸਿਪੇਟ ਕਰੇਗਾ, ਇਸ ਕਰਕੇ ਜਿਹੜੇ ਇਲੈਕਟ੍ਰॉन्स ਬਣਨਗੇ ਉਹ ਨਹੀਂ ਨੰਬਰ ਆਫ ਹੋਲਸ ਹੋਣਗੇ। ਸੋ ਇਸ ਕੇਸ ਦੇ ਵਿੱਚ ਨੰਬਰ ਡੈਂਸਿਟੀ ਆਫ ਇਲੈਕਟ੍ਰॉन्स ਸ਼ੁੱਡ ਬੀ ਇਕੁਅਲ ਟੂ ਨੰਬਰ ਡੈਂਸਿਟੀ ਆਫ ਹੋਲਸ, ਐਂਡ ਅਲਟੀਮੇਟਲੀ ਜਿਹੜਾ ਆਪਾਂ ਐਕਸਪ੍ਰੈਸ਼ਨ ਡਰਾਈਵ ਕੀਤਾ ਉਹਨਾਂ ਨੂੰ ਗੇਟ ਕਰ ਦਾਂਗੇ, ਐਂਡ ਉਸ ਤੋਂ ਬਾਅਦ ਕੀ ਹੈ ਐਕਸਪ੍ਰੈਸ਼ਨ ਫੈਕਟਰ ਵਨ ਸਾਈਡ, ਬਾਕੀ ਸਾਰੇ ਫੈਕਟਰ ਅਦਰ ਸਾਈਡ, ਇਹਨਾਂ ਨੂੰ ਓਪਨ ਅਪ ਕਰਕੇ ਦੇਖੋ। ਉਸ ਤੋਂ ਬਾਅਦ both ਸਾਈਡ ਅਗਰ ਆਪਾਂ log ਲੈ ਲਈਏ ਤਾਂ ਐਕਸਪ੍ਰੈਸ਼ਨ ਦੇ ਨਾਲ log ਕੈਂਸਲ ਹੋ ਜਾਏਗਾ, ਐਂਡ ਤੁਹਾਡੇ ਕੋਲ ਅਲਟੀਮੇਟਲੀ ਕੀ ਆ ਜਾਏਗਾ, Fermi level will be given by EC plus EV divided by 2 and log of this thing। if ਅਗਰ ਤੁਹਾਡੇ ਕੋਲ ਹੋਲ ਦਾ ਮਾਸ ਐਂਡ ਇਲੈਕਟ੍ਰੋਨ ਦਾ ਮਾਸ ਆਲਮੋਸਟ ਸੇਮ ਆ ਜਾਂਦਾ ਹੈ ਤਾਂ ਉਸ ਕੇਸ ਵਿੱਚ ਆਪਣੇ ਕੋਲ ਕੀ ਹੋ ਜਾਏਗਾ log of 1 which is equal to 0, so that EC plus EV divided by 2 ਦੇ ਬਰਾਬਰ ਆ ਜਾਏਗਾ ਰਿਜ਼ਲਟ। so Fermi level will be lying in between top of the valence band and bottom of the conduction band ਦੇ ਉਹਦੇ ਵਿਚਕਾਰ ਲਾਈ ਕਰੇਗਾ। ਮਤਲਬ ਕੀ ਹੈ ਤੁਹਾਡਾ ਵੈਲੈਂਸ ਜਿਹੜਾ ਫਰਮੀ ਲੈਵਲ ਹੈ, ਫਰਮੀ ਲੈਵਲ ਤੁਹਾਡੇ ਫਾਰਵਰਡਿੰਗ ਗੈਪ ਦੇ ਵਿਚਕਾਰ ਸੈਂਟਰ ਦੇ ਵਿੱਚ ਲਾਈ ਕਰੇਗਾ ਅਗਰ ਤੁਹਾਡਾ ਹੋਲ ਐਂਡ ਇਲੈਕਟ੍ਰੋਨਿਕ ਮਾਸ ਸੇਮ ਹੋ ਜਾਂਦਾ। ਠੀਕ ਹੈ, ਤੇ ਗਲਤੀ ਕੀਤੀ ਹੋਈ ਹੈ, ਮਾਸ ਆਫ ਇਲੈਕਟ੍ਰੋਨ ਆਏਗਾ ਬੇਟਾ, ਐਮਸੀ ਨਹੀਂ ਆਏਗਾ। ਸੋ ਇਦਾਂ ਦੀ ਚੀਜ਼ਾਂ ਧਿਆਨ ਰੱਖਿਓ। ਸੋ ਇਹਦੇ ਨਾਲ ਹੀ ਬੇਟਾ ਅੱਜ ਦਾ ਟੌਪਿਕ ਆਪਾਂ ਖਤਮ ਕਰਦੇ ਹਾਂ। ਇਹਦੇ ਤੋਂ ਬਾਅਦ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਜਾਏਗੀ ਤੁਹਾਡੇ ਲਈ, ਡਾਈਜੈਸਟ ਕਰਨਾ ਮੁਸ਼ਕਿਲ ਹੋ ਜਾਏਗਾ। ਸੋ ਇਸ ਤੋਂ ਬਾਅਦ ਆਪਾਂ ਬਾਕੀ ਚੀਜ਼ਾਂ ਆਪਾਂ ਨੈਕਸਟ ਟਾਈਮ ਹੀ ਡਿਸਕਸ ਕਰਾਂਗੇ। ਓਕੇ, ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨੇ ਕਾਫੀ ਹੈ। ਸੀ ਯੂ ਨੈਕਸਟ ਟਾਈਮ। ਅਗਰ ਕੋਈ ਡਾਊਟਸ ਹੈ, ਕੁਐਸਚਨ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ।